ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਣੀ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ। ਤਾਂ ਦਰਸ਼ਕੋ, ਪੁੰਛ ਇਲਾਕੇ ਦੇ ਸੁਰਨਕੋਟ ਤੋਂ ਜਿਹੜੀ ਅੱਜ ਇੱਕ ਖਬਰ ਸਾਹਮਣੇ ਆ ਰਹੀ ਹੈ, ਉਸ ਖਬਰ ਨੂੰ ਸੁਣਦੇ ਹੋਏ ਸਭ ਦੀਆਂ ਅੱਖਾਂ ਨਮ ਹੋ ਗਈਆਂ ਸਨ ਅਤੇ ਨਾਲ ਹੀ ਸਾਨੂੰ ਮਾਣ ਵੀ ਮਹਿਸੂਸ ਕਰਵਾਇਆ ਸਾਡੇ ਭਾਰਤੀ ਫੌਜੀਆਂ ਨੇ, ਸਾਡੇ ਜਵਾਨਾਂ ਨੇ। ਗੱਲ ਕਰਦੇ ਹਾਂ ਆਪਾਂ ਪੁੰਛ ਦੇ ਸੁਰਨਕੋਟ ਇਲਾਕੇ ਦੀ। ਅੱਜ ਉੱਥੇ ਇੱਕ ਐਨਕਾਊਂਟਰ ਦੇ ਦੌਰਾਨ ਸਾਡੇ 5 ਸ਼ਹੀਦਾਂ ਨੇ, ਸਾਡੇ 5 ਜਵਾਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਸਾਡੇ ਭਾਰਤੀ ਫੌਜ ਦੇ 5 ਜਵਾਨ ਨੇ ਜਿਹੜੇ ਉਹਨਾਂ ਨੇ ਅੱਜ ਸ਼ਹੀਦੀ ਪ੍ਰਾਪਤ ਕੀਤੀ ਹੈ। ਤੇ ਤੁਹਾਨੂੰ ਦੱਸ ਦਈਏ ਕਿ ਇਹ ਐਨਕਾਊਂਟਰ ਹੈ ਜਿਹੜਾ ਜੰਮੂ ਕਸ਼ਮੀਰ ਦੇ ਪੁੰਛ ਦੇ ਸੁਰਨਕੋਟ ਇਲਾਕੇ ਦੇ ਵਿੱਚ ਅੱਜ ਇਹ ਐਨਕਾਊਂਟਰ ਹੈ ਜਿਹੜਾ ਹੋਇਆ। ਉਹਦੇ ਵਿੱਚ ਸਾਡੇ ਇੰਡੀਅਨ ਆਰਮੀ ਦੇ, ਸਾਡੀ ਭਾਰਤੀ ਫੌਜ ਦੇ 5 ਜਵਾਨ ਨੇ ਜਿਹੜੇ ਸ਼ਹੀਦ ਹੋਏ ਨੇ। ਮੈਂ ਤੁਹਾਡੇ ਨਾਲ ਉਹਨਾਂ ਦੇ ਨਾਮ ਵੀ ਸਾਂਝੇ ਕਰਦੇ ਹਾਂ। ਔਰ ਇਹਦੇ ਵਿੱਚ ਸਾਡੀ ਮਤਲਬ ਕਿ ਜਿਹੜੀ ਸਾਨੂੰ ਸਾਡੇ ਸਿੱਖ ਸਮਾਜ ਨੂੰ ਇੱਕ ਤੇ ਚਲੋ ਇੱਕ ਹੁੰਦਾ ਹੈ ਨਾ ਕਿ ਅਜਿਹੀ ਮੌਤ ਜਾਂ ਅਜਿਹਾ ਦੁਨੀਆ ਤੋਂ ਚਲੇ ਜਾਣਾ ਇੱਕ ਦਿਨ ਸਭ ਨੇ ਆ। ਲੇਕਿਨ ਸਾਡੇ ਲਈ ਮਾਣ ਦੀ ਗੱਲ ਇਹ ਹੈ ਕਿ ਭਾਵੇਂ ਹੁਣ ਦੀ ਗੱਲ ਕੀਤੀ ਜਾਵੇ, ਭਾਵੇਂ ਪਿਛਲੇ ਸਮੇਂ ਤੋਂ ਜਦੋਂ ਦੇ ਆਪਾਂ ਦੇਖਦੇ ਆ ਰਹੇ ਹਾਂ, ਹਨਾ, ਸਾਡੇ ਗੁਰੂਆਂ ਦੇ ਸਮੇਂ ਤੋਂ, ਕਿ ਸਿੱਖ ਸਮਾਜ ਦਾ ਜਿਹੜੇ ਸਾਡਾ ਸਿੱਖ ਸਮਾਜ ਹੈ ਹਮੇਸ਼ਾ ਸ਼ਹਾਦਤਾਂ ਦੇਣ ਨੂੰ ਅਗਾਂਹ ਰਹੇ ਨੇ ਸਾਰੇ ਹੀ। ਤਾਂ ਉੱਥੇ ਹੀ ਅੱਜ ਸਾਡੇ 5 ਜਵਾਨ ਜਿਹੜੇ ਭਾਰਤੀ ਫੌਜ ਦੇ ਸ਼ਹੀਦ ਹੋਏ ਨੇ, ਉਹਨਾਂ ਦੇ ਵਿੱਚੋਂ ਸਾਡੇ ਲਈ ਮਾਣ ਦੀ ਗੱਲ ਇਹ ਹੈ ਕਿ 4 ਜਿਹੜੇ ਜਵਾਨ ਨੇ ਉਹ ਸਾਡੇ ਸਿੱਖ ਸਮਾਜ ਦੇ, ਸਾਡੇ ਸਿੱਖ ਭਾਈਚਾਰੇ ਦੇ, ਸਾਡੀ ਸਿੱਖ ਕੌਮ ਦੇ ਬੱਚੇ ਨੇ, ਨੌਜਵਾਨ ਨੇ। ਔਰ ਉਹ ਭਾਰਤੀ ਫੌਜ ਦੇ ਵਿੱਚ ਆਪਣੀ ਬਹੁਤ ਹੀ ਇੱਕ ਕਹਿ ਲਓ ਇੱਕ, ਕਿਉਂਕਿ ਉਹਨਾਂ ਦੇ ਵਿੱਚ ਜਜ਼ਬਾ ਵੀ ਹੈ, ਜਿਹੜਾ ਵੀ ਕੰਮ ਇਹਨਾਂ ਨੂੰ ਸੌਂਪਿਆ ਜਾਂਦਾ ਹੈ ਉਸਨੂੰ ਬਹੁਤ ਹੀ ਸ਼ਿੱਦਤ ਦੇ ਨਾਲ ਆਪਣੀ ਡਿਊਟੀ ਕਰਦੀ ਹੈ ਸਾਡੀ ਇੰਡੀਅਨ ਆਰਮੀ, ਭਾਰਤੀ ਜਿਹੜੇ ਸਾਡੇ ਜਵਾਨ ਨੇ। ਤਾਂ ਮੈਂ ਸਾਰਿਆਂ ਦੇ ਵੱਲੋਂ ਹੀ ਆਪਾਂ ਇਹਨਾਂ ਜਿਹੜੇ ਸਾਡੇ ਜਵਾਨ ਸ਼ਹੀਦ ਹੋਏ ਨੇ ਪੁੰਛ ਦੇ ਸੁਰਨਕੋਟ ਇਲਾਕੇ ਵਿੱਚ, ਸਾਰੇ ਹੀ ਆਪਾਂ ਉਹਨਾਂ ਨੂੰ ਨਮ ਅੱਖਾਂ ਦੇ ਨਾਲ ਸ਼ਰਧਾਂਜਲੀ ਭੇਂਟ ਕਰਦੇ ਹਾਂ। ਤੇ ਨਾਲ ਹੀ ਮੈਂ ਤੁਹਾਡੇ ਨਾਲ ਤਸਵੀਰ ਸਾਂਝੀ ਕਰਦੀ ਹਾਂ ਜਿਹੜੇ ਸਾਡੇ ਅੱਜ ਨੌਜਵਾਨ ਸ਼ਹੀਦ ਹੋਏ ਨੇ, ਸਾਡੇ ਜਵਾਨ ਸ਼ਹੀਦ ਹੋਏ ਨੇ ਭਾਰਤੀ ਫੌਜ ਦੇ ਜੰਮੂ ਕਸ਼ਮੀਰ ਦੇ ਪੁੰਛ ਦੇ ਵਿੱਚ ਅੱਤਵਾਦੀਆਂ ਦੇ ਨਾਲ ਮੁਕਾਬਲੇ ਦੇ ਦੌਰਾਨ ਸ਼ਹੀਦ ਹੋਏ ਨੇ ਸਾਡੇ ਭਾਰਤੀ ਫੌਜ ਦੇ 5 ਦਲੇਰ ਫੌਜੀ ਜਵਾਨਾਂ ਨੂੰ ਅਸੀਂ ਸਾਰੇ ਹੀ ਨਿਮਰ ਸ਼ਰਧਾਂਜਲੀ ਭੇਂਟ ਕਰਦੇ ਹਾਂ। ਤੇ ਤੁਹਾਨੂੰ ਮੈਂ ਇੱਕ ਵਾਰੀ ਨਾਮ ਵੀ ਦੱਸਦੇ ਹਾਂ ਜਿਹੜੇ ਸਾਡੇ ਜਵਾਨ ਸ਼ਹੀਦ ਹੋਏ ਨੇ। ਸਭ ਤੋਂ ਵੱਡੀ ਸਾਡੇ ਲਈ ਮਾਣ ਵਾਲੀ ਗੱਲ ਇਹ ਹੈ ਕਿ ਭਾਵੇਂ ਹਨਾ ਬਾਰਡਰਾਂ ਤੇ ਜਦੋਂ ਵੀ ਸ਼ਹਾਦਤ ਦੀ ਗੱਲ ਆਉਂਦੀ ਹੈ, ਇਹ ਨਹੀਂ ਕਿ ਜਿਹੜਾ ਵੀ ਸਾਡਾ ਭਾਰਤੀ ਫੌਜ ਦੇ ਵਿੱਚ ਭਰਤੀ ਹੁੰਦਾ ਹੈ ਜਵਾਨ, ਉਹ ਹਮੇਸ਼ਾ ਹੀ ਅਗਾਂਹ ਰਹਿੰਦਾ ਹੈ ਕਿਉਂਕਿ ਘਰੋਂ ਹੀ ਉਹ ਕਹਿੰਦੇ ਨੇ ਨਾ ਜਿਵੇਂ ਸਿਰ ਦੇ ਉੱਤੇ ਕਫਨ ਬੰਨ੍ਹ ਕੇ ਤੁਰਦਾ ਹੈ। ਤਾਂ ਇਹੀ ਗੱਲ ਹੁੰਦੀ ਹੈ। ਤੇ ਜੇਕਰ ਅੱਜ ਦੇ ਐਨਕਾਊਂਟਰ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚ ਸਾਡੇ ਸੂਬੇਦਾਰ ਸੂਬੇਦਾਰ ਜਸਵਿੰਦਰ ਸਿੰਘ ਜੀ ਕਪੂਰਥਲਾ ਪੰਜਾਬ ਤੋਂ ਨੇ। ਇਹਨਾਂ ਨੇ ਸ਼ਹਾਦਤ ਜਿਹੜੀ ਹੈ ਜਿਨ੍ਹਾਂ ਦੀ ਹੋਈ ਹੈ। ਤੇ ਸਿਪਾਹੀ ਸਾਰਜ ਸਿੰਘ ਜੀ ਸ਼ਾਹਜਹਾਂਪੁਰ ਯੂਪੀ ਦੇ ਰਹਿਣ ਵਾਲੇ ਨੇ। ਤੇ ਨਾਇਕ ਮਨਦੀਪ ਸਿੰਘ ਜੀ ਗੁਰਦਾਸਪੁਰ ਪੰਜਾਬ ਦੇ ਰਹਿਣ ਵਾਲੇ ਨੇ। ਤੇ ਸਿਪਾਹੀ ਗੱਜਣ ਸਿੰਘ ਜੀ ਰੋਪੜ ਪੰਜਾਬ ਦੇ ਰਹਿਣ ਵਾਲੇ ਨੇ। ਤੇ ਸਿਪਾਹੀ ਵੈਸਾਖ ਕੋਲਮ ਕੇਰਲਾ ਦੇ ਰਹਿਣ ਵਾਲੇ ਨੇ। ਤੇ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਐਨਕਾਊਂਟਰ ਹੈ ਉਹ ਅੱਜ ਪੁੰਛ ਦੇ ਸੁਰਨਕੋਟ ਜੰਮੂ ਕਸ਼ਮੀਰ ਦੇ ਪੁੰਛ ਦੇ ਸੁਰਨਕੋਟ ਇਲਾਕੇ ਦੇ ਵਿੱਚ ਅੱਜ ਇੱਕ ਮੁਕਾਬਲੇ ਦੇ ਦੌਰਾਨ ਇਹਨਾਂ ਜਵਾਨਾਂ ਨੇ, ਸਾਡੀ ਭਾਰਤੀ ਫੌਜ ਦੇ ਇਹਨਾਂ ਜਾਂਬਾਜ਼ ਸਿਪਾਹੀਆਂ ਨੇ ਸ਼ਹਾਦਤ ਦਾ ਜਾਮ ਪੀਤਾ, ਜਿਨ੍ਹਾਂ ਵਿੱਚੋਂ ਇੱਕ ਸੂਬੇਦਾਰ ਜਸਵਿੰਦਰ ਸਿੰਘ ਵੀ ਨੇ, ਕਪੂਰਥਲਾ ਪੰਜਾਬ ਦੇ ਰਹਿਣ ਵਾਲੇ ਨੇ। ਤੇ ਮੈਂ ਇੱਕ ਵਾਰੀ ਫੇਰ ਤੋਂ ਦੱਸ ਦੇਵਾਂ, ਸਿਪਾਹੀ ਸਾਰਜ ਸਿੰਘ ਨੇ ਸ਼ਾਹਜਹਾਂਪੁਰ ਯੂਪੀ ਦੇ ਰਹਿਣ ਵਾਲੇ ਨੇ। ਨਾਇਕ ਮਨਦੀਪ ਸਿੰਘ ਜੀ ਗੁਰਦਾਸਪੁਰ ਪੰਜਾਬ ਦੇ ਰਹਿਣ ਵਾਲੇ ਨੇ। ਸਿਪਾਹੀ ਗੱਜਣ ਸਿੰਘ ਜੀ ਰੋਪੜ ਪੰਜਾਬ ਤੋਂ ਨੇ। ਤੇ ਸਿਪਾਹੀ ਵੈਸਾਖ ਕੋਲਮ ਕੇਰਲਾ ਦੇ ਰਹਿਣ ਵਾਲੇ ਨੇ। ਅੱਜ ਇਹ ਪਰਿਵਾਰ ਦੁਖੀ ਤੇ ਜ਼ਰੂਰ ਹੈ, ਲੇਕਿਨ ਨਾਲ ਹੀ ਪਰਿਵਾਰ ਨੂੰ, ਜਿੱਥੋਂ ਦੇ ਇਹ ਵੀਰ ਰਹਿਣ ਵਾਲੇ ਨੇ, ਉੱਥੋਂ ਦੇ ਇਲਾਕੇ ਦੇ ਲੋਕਾਂ ਨੂੰ ਅੱਜ ਮਾਣ ਵੀ ਮਹਿਸੂਸ ਹੋ ਰਿਹਾ ਹੋਵੇਗਾ ਕਿ ਮਤਲਬ ਜਿੱਦਾਂ ਮੈਂ ਪਹਿਲਾਂ ਵੀ ਗੱਲ ਕਹੀ ਹੈ ਕਿ ਦੁਨੀਆ ਤੋਂ ਜਾਣਾ ਹਰੇਕ ਨੇ, ਲੇਕਿਨ ਕੁਛ ਇਹੋ ਜਿਹੇ ਇਨਸਾਨ ਹੁੰਦੇ ਨੇ ਜੋ ਆਪਣੀ ਸੇਵਾਵਾਂ ਦੇ ਦੌਰਾਨ ਸਾਡੇ ਲਈ, ਕਿਉਂਕਿ ਅਕਸਰ ਆਪਾਂ ਦੇਖਦੇ ਹਾਂ ਇੰਡੀਅਨ ਆਰਮੀ ਜੇਕਰ ਸਾਡੀ ਭਾਰਤੀ ਫੌਜ ਸਰਹੱਦਾਂ ਦੇ ਉੱਤੇ
ਸਾਡੇ ਸਰਹੱਦਾਂ ਦੇ ਉੱਤੇ ਸਾਡੇ ਦੇਸ਼ ਦੀ ਰਾਖੀ ਕਰ ਰਹੀ ਹੈ, ਤਾਂ ਹੀ ਅਸੀਂ ਆਪਣੇ ਘਰਾਂ ਦੇ ਵਿੱਚ ਬੇਫਿਕਰੇ ਹੋ ਕੇ ਬੇਫਿਕਰੀ ਦੀ ਨੀਂਦ ਹੈ ਜਿਹੜੀ ਸੌਂ ਰਹੇ ਹਾਂ। ਤਾਂ ਇੱਥੇ ਗੱਲ ਇਹ ਵੀ ਹੈ ਕਿ ਇਹ ਜਿਹੜੇ ਸਾਡੇ ਵੀਰ ਨੇ, ਪੰਜਾਬ ਤੋਂ ਨੇ, ਯੂਪੀ ਤੋਂ ਨੇ, ਕੇਰਲਾ ਤੋਂ ਨੇ, ਤਾਂ ਕਿਤੇ ਨਾ ਕਿਤੇ ਬਾਰਡਰਾਂ ਦੇ ਉੱਤੇ ਸਾਡੀ ਰੱਖਿਆ ਦੇ ਲਈ ਖੜੇ ਹੋਏ ਨੇ, ਤੇ ਨਾਲ ਹੀ ਇਹ ਕਿਸਾਨਾਂ ਦੇ ਪੁੱਤ ਵੀ ਨੇ। ਔਰ ਇਹ ਜੇਕਰ ਇੱਕ ਕਿਸਾਨ ਦਾ ਪੁੱਤ ਬਾਰਡਰਾਂ ਦੇ ਉੱਤੇ ਸਾਡੇ ਲਈ ਲੜ ਰਿਹਾ, ਤਾਂ ਅੱਜ ਕਿਸਾਨ ਆਪਣੇ ਹੱਕਾਂ ਦੇ ਲਈ ਸਰਹੱਦਾਂ ਦੇ ਉੱਤੇ ਲੜਾਈ ਲੜ ਰਿਹਾ, ਆਪਣੇ ਹੱਕਾਂ ਦੀ ਲੜਾਈ ਲੜ ਰਿਹਾ, ਤਾਂ ਉੱਥੇ ਹੀ ਇਹ ਕਿਸਾਨ ਦਾ ਪੁੱਤ ਇੱਕ ਸਾਡੇ ਸਿਪਾਹੀ, ਸਾਡੀ ਭਾਰਤੀ ਫੌਜ ਦੇ ਰੂਪ ਵਿੱਚ ਸਰਹੱਦਾਂ ਤੇ ਸਾਡੀ ਰਾਖੀ ਕਰ ਰਿਹਾ ਵਾ। ਤਾਂ ਗੱਲ ਕੀਤੀ ਜਾਵੇ ਕਿ ਇਸ ਸਮੇਂ ਸਾਨੂੰ ਸਾਰਿਆਂ ਨੂੰ ਹੀ ਇਹਨਾਂ ਵੀਰਾਂ ਦੀ, ਇਹਨਾਂ ਜਵਾਨਾਂ ਦੀ ਸ਼ਹਾਦਤ ਤੇ ਮਾਣ ਮਹਿਸੂਸ ਹੋਣਾ ਚਾਹੀਦਾ, ਔਰ ਨਾਲ ਹੀ ਇੱਕ ਇਹਨਾਂ ਦੇ ਪਰਿਵਾਰ ਨੂੰ ਅਜਿਹਾ ਮਹਿਸੂਸ ਕਰਵਾਈਏ ਕਿ ਅਸੀਂ ਸਾਰੇ ਹੀ ਇਹਨਾਂ ਦੇ ਪਰਿਵਾਰ ਦੇ ਨਾਲ ਖੜੇ ਹੋਏ ਹਾਂ, ਕਿਉਂਕਿ ਆਪਾਂ ਦੇਖਦੇ ਹਾਂ ਕਿ ਅੱਤਵਾਦ ਦਾ ਜਿਹੜਾ ਦੌਰ ਆ, ਉਹ ਦਿਨੋ ਦਿਨ ਜੋ ਵੀ ਅਸੀਂ ਜੰਮੂ ਕਸ਼ਮੀਰ ਦੇ ਵਿੱਚ ਹਾਲਾਤ ਵੇਖ ਰਹੇ ਹਾਂ, ਬਹੁਤੇ ਚੰਗੇ ਨਹੀਂ ਹੈਗੇ। ਜੇਕਰ ਅਸੀਂ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ, ਕਸ਼ਮੀਰ ਦੇ ਵਿੱਚ ਜੋ ਵੀ ਘਟਨਾ ਵਾਪਰੀਆਂ ਨੇ, ਉਹ ਕੁਝ ਚੰਗੀ ਗੱਲ ਵੱਲ ਅੰਦੇਸ਼ਾ ਨਹੀਂ ਕਰ ਰਹੀਆਂ, ਚਿੰਤਾਜਨਕ ਵਿਸ਼ਾ ਬਣਿਆ ਹੋਇਆ। ਉੱਥੇ ਅੱਜ ਪੁੰਛ ਦੇ ਸੁਰਨਕੋਟ ਇਲਾਕੇ ਦੇ ਵਿੱਚ ਜਿਹੜਾ ਮੁਕਾਬਲਾ ਹੋਇਆ ਵਾ, ਐਨਕਾਊਂਟਰ ਹੋਇਆ, ਉਹਦੇ ਵਿੱਚ ਸਾਡੇ ਜਿਹੜੇ 5 ਜਵਾਨ ਸ਼ਹੀਦ ਹੋਏ ਨੇ। ਵੈਸੇ ਬਹੁਤ ਜ਼ਿਆਦਾ ਲੋਸ ਹੁੰਦਾ, ਬਹੁਤ ਜ਼ਿਆਦਾ ਘਾਟਾ ਹੁੰਦਾ, ਕਿਉਂਕਿ ਜਿਹੜਾ ਇੱਕ ਜਵਾਨ ਆ, ਉਹ ਸਖਤ ਮਿਹਨਤਾਂ ਦੇ ਨਾਲ ਸਖਤ ਜਜ਼ਬਾ ਪੈਦਾ ਉਹਨਾਂ ਦੇ ਵਿੱਚ ਕਰਨਾ ਬਹੁਤ ਵੱਡਾ ਇੱਕ ਚੈਲੰਜ ਹੁੰਦਾ, ਮਤਲਬ ਬੜੀ ਸਾਰੀ ਔਕੜਾਂ ਦੇ ਵਿੱਚੋਂ ਹਨਾ ਉਹ ਜਵਾਨ ਨਿਕਲ ਕੇ ਇੱਕ ਭਾਰਤੀ ਫੌਜ ਦਾ ਜਵਾਨ ਤਿਆਰ ਹੁੰਦਾ। ਜਿਵੇਂ ਅਸੀਂ ਅਕਸਰ ਦੇਖਦੇ ਹਾਂ ਕਿ ਜਦੋਂ ਆਪਾਂ ਦੇਖਦੇ ਹਾਂ ਕਿ ਕੋਈ ਸਾਡੇ ਏਅਰ ਫੋਰਸ ਦਾ ਕੋਈ ਵੀ ਜਵਾਨ ਸ਼ਹੀਦ ਹੁੰਦਾ, ਉਦੋਂ ਵੀ ਸਾਨੂੰ, ਮਤਲਬ ਕਿਸੇ ਵੀ ਸਾਡੀ ਇੰਡੀਅਨ ਆਰਮੀ ਦੇ ਵਿੱਚ ਕਿਸੇ ਵੀ ਖੇਤਰ ਦੇ ਵਿੱਚ ਜਾਂ ਸਾਡਾ ਜਵਾਨ ਸ਼ਹੀਦ ਹੁੰਦਾ, ਤਾਂ ਸਾਨੂੰ ਬਹੁਤ ਜ਼ਿਆਦਾ ਲੋਸ ਹੁੰਦਾ। ਇਸ ਕਰਕੇ ਮਤਲਬ ਸਾਨੂੰ ਇਹਨਾਂ ਦੀ ਸ਼ਹਾਦਤ ਨੂੰ ਜ਼ਾਇਆ ਨਹੀਂ ਜਾਣ ਦੇਣਾ ਚਾਹੀਦਾ। ਨਕਸ਼ੇ ਕਦਮ ਤੇ ਸਾਡੇ ਨੌਜਵਾਨਾਂ ਨੂੰ ਤੁਰਨਾ ਚਾਹੀਦਾ ਹੈ। ਇਹਨਾਂ ਸਾਡੇ ਭਾਰਤੀ ਫੌਜ ਦੇ ਜਵਾਨਾਂ ਦੇ ਨਕਸ਼ੇ ਕਦਮ ਤੇ ਤੁਰੀਏ, ਔਰ ਨਾਲੇ ਹੀ ਇਹਨਾਂ ਦੀ ਸ਼ਹਾਦਤ ਨੂੰ ਭੁਲਾਈਏ ਵੀ ਨਾ, ਕਿਉਂਕਿ ਇਹ ਸਾਨੂੰ ਜ਼ਿਹਨ ਦੇ ਵਿੱਚ ਹਮੇਸ਼ਾ ਯਾਦ ਰੱਖਣਾ ਚਾਹੀਦਾ। ਜੇਕਰ ਸਰਹੱਦਾਂ ਦੇ ਉੱਤੇ ਇਹ ਰਾਖੀ ਕਰ ਰਹੇ ਨੇ ਸਾਡੀ, ਤਾਂ ਹੀ ਅਸੀਂ ਆਪਣੇ ਘਰਾਂ ਦੇ ਵਿੱਚ ਆਰਾਮ ਦੀ ਨੀਂਦ ਜਿਹੜੀ ਸੌਂ ਰਹੇ ਹਾਂ। ਇੱਕ ਗੱਲ ਮੈਂ ਇੱਥੇ ਜ਼ਰੂਰ ਸਾਂਝੀ ਕਰਦਿਆਂ, ਸਰਦਾਰ ਮਨਦੀਪ ਸਿੰਘ ਜੀ ਜਿਹੜੇ ਇਹਨਾਂ 5 ਜਵਾਨਾਂ ਦੇ ਵਿੱਚ ਇੱਕ ਜਵਾਨ ਨੇ ਜਿਹੜੇ ਸ਼ਹੀਦ ਹੋਏ ਨੇ, ਉਹਨਾਂ ਦੇ ਪਰਿਵਾਰ ਦੀ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਗੱਲ ਸੁਣੀ ਹੈ, ਤਾਂ ਬਹੁਤ ਭਾਵੁਕ ਕਰ ਦੇਣ ਵਾਲੀ ਗੱਲ ਹੈ ਜਿਹੜੀ ਕਿ ਉਹਨਾਂ ਦੀ ਇੱਕ ਬੱਚਾ, ਉਹਨਾਂ ਹਾਲੇ 1 ਮਹੀਨੇ ਦਾ ਹੀ ਹੋਇਆ, ਉਹਨਾਂ ਨੇ ਹਜੇ ਤੱਕ ਉਸ ਬੱਚੇ ਨੂੰ ਮਿਲੇ ਵੀ ਨਹੀਂ ਹੈ, ਆਪਣੇ ਪੁੱਤਰ ਨੂੰ। ਤਾਂ ਮਾਤਾ ਜੀ ਦੀ ਅਸੀਂ ਹਾਲਤ ਦੇਖੀ, ਉਹਨਾਂ ਦੀ ਵਾਈਫ ਦੀ ਹਾਲਤ ਦੇਖੀ ਹੈ। ਮਾਤਾ ਜੀ ਨੇ ਆਪਣੇ ਉਹਨਾਂ ਨੇ ਗੱਲਬਾਤ ਦੇ ਦੌਰਾਨ ਕਿਹਾ ਕਿ ਬਹੁਤ ਔਕੜਾਂ ਦੇ ਨਾਲ ਉਹਨਾਂ ਨੇ ਆਪਣੇ ਇਹਨਾਂ ਦੋਵਾਂ ਬੱਚਿਆਂ ਨੂੰ ਪਾਲਿਆ। ਇੱਕ ਵੱਡਾ ਉਹਨਾਂ ਦਾ ਮਨਦੀਪ ਸਿੰਘ ਜੀ ਹੋਣਾ ਦਾ ਵੱਡਾ ਭਰਾ ਹੈ ਜਿਹੜਾ, ਉਹ ਵੀ ਇੰਡੀਅਨ ਆਰਮੀ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਨੇ। ਉਹਨਾਂ ਦੇ ਵੱਡੇ ਭਰਾ ਤੇ ਨਾਲ ਮਨਦੀਪ ਸਿੰਘ ਜੀ ਹੋਣੀ ਵੀ ਇਹ ਸਾਡੀ ਭਾਰਤੀ ਫੌਜ ਦੇ ਵਿੱਚ ਆਪਣਾ ਫਰਜ਼ ਨਿਭਾ ਰਹੇ ਨੇ, ਆਪਣੀ ਸੇਵਾ ਨਿਭਾ ਰਹੇ ਸਨ। ਤਾਂ ਮਾਤਾ ਜੀ ਨੇ ਬਹੁਤ ਹੀ ਭਾਵੁਕ ਹਿਰਦੇ ਦੇ ਨਾਲ ਕਿਹਾ ਕਿ ਅੱਜ ਮਾਣ ਮਹਿਸੂਸ ਹੋ ਰਿਹਾ, ਲੇਕਿਨ ਮੈਂ ਇਹਨਾਂ ਬੱਚਿਆਂ ਨੂੰ ਭਾਰਤੀ ਫੌਜ ਦੇ ਲਈ ਬਹੁਤ ਹੀ ਔਕੜਾਂ ਦੇ ਨਾਲ ਤਿਆਰ ਕੀਤਾ ਸੀਗਾ। ਤਾਂ ਇੱਕ ਉਹਨਾਂ ਦਾ ਵੱਡਾ ਭਰਾ ਅੱਜ ਵੀ ਸੇਵਾਵਾਂ ਦੇ ਰਹੇ ਨੇ, ਤੇ ਲੇਕਿਨ ਮਨਦੀਪ ਸਿੰਘ ਜੀ ਜਿਹੜੇ ਅੱਜ ਸ਼ਹਾਦਤ ਦਾ ਜਾਮ ਪੀ ਗਏ ਨੇ। ਆਪਾਂ ਉੱਥੋਂ ਦੀਆਂ ਕੁਝ ਪੁੰਛ ਦੇ ਸੁਰਨਕੋਟ ਇਲਾਕੇ ਦੀਆਂ ਮੈਂ ਤੁਹਾਡੇ ਨਾਲ ਤਸਵੀਰਾਂ ਵੀ ਸਾਂਝੀਆਂ ਕਰਦੇ ਹਾਂ। ਇਹ ਜਿਹੜਾ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਰਹੇ ਹੋ, ਅੱਜ ਜਿਹੜਾ ਐਨਕਾਊਂਟਰ ਹੋਇਆ ਪੁੰਛ ਦੇ ਸੁਰਨਕੋਟ ਇਲਾਕੇ ਤੋਂ, ਇਹ ਤਸਵੀਰਾਂ ਜਿਹੜੀਆਂ ਉੱਥੋਂ ਦੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤਾਂ ਤੁਸੀਂ ਸਕਰੀਨ ਦੇ ਉੱਤੇ ਵੇਖ ਰਹੇ ਹੋ ਸਾਡੇ ਜਿਹੜੇ ਸ਼ਹੀਦ ਹੋਏ ਵੀਰ ਨੇ। ਉਹਨਾਂ ਨੂੰ ਸਾਰਿਆਂ ਦੇ ਵੱਲੋਂ ਹੀ ਸ਼ਰਧਾਂਜਲੀ ਭੇਂਟ ਕੀਤੀ ਜਾ ਰਹੀ ਹੈ, ਨਿਮਰ ਸ਼ਰਧਾਂਜਲੀ ਅਸੀਂ ਭੇਂਟ ਕਰਦੇ ਹਾਂ। ਅੱਜ ਜਿਹੜਾ ਇਹ ਐਨਕਾਊਂਟਰ ਹੋਇਆ, ਉਹਦੇ ਵਿੱਚ ਸਾਡੇ 4 ਸਿੱਖ ਵੀਰ ਨੇ ਔਰ ਇੱਕ ਸਾਡੇ ਹਿੰਦੂ ਵੀਰ ਵੀ ਨੇ, ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਕੀਤਾ। ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਤਾਂ ਪਿਆ ਹੀ ਹੈ, ਪਰ ਪਰਿਵਾਰ ਇਸ ਸਮੇਂ ਆਪਣੇ ਇਹਨਾਂ ਪੁੱਤਰਾਂ ਦੇ ਉੱਤੇ, ਪਿੰਡ ਵਾਸੀ, ਇਲਾਕਾ ਨਿਵਾਸੀ ਆਪਣੇ ਇਹਨਾਂ ਬੱਚਿਆਂ ਦੇ ਉੱਤੇ ਮਾਣ ਮਹਿਸੂਸ ਕਰ ਰਹੇ ਨੇ।
ਜਿਨ੍ਹਾਂ ਨੇ ਅੱਜ ਇਸ ਐਨਕਾਊਂਟਰ ਦੇ ਦੌਰਾਨ ਸ਼ਹਾਦਤ ਦਾ ਜਾਮ ਪੀਤਾ ਹੈ। ਤਾਂ ਇਹਨਾਂ ਦੀ ਸ਼ਹਾਦਤ ਨੂੰ ਇਉਂ ਹੀ ਜਾਇਆ ਨਾ ਜਾਣ ਦੀਏ। ਅਸੀਂ ਵੀ ਆਪਣੇ ਭਾਰਤ ਦੇ, ਆਪਣੇ ਦੇਸ਼ ਦੀ ਰੱਖਿਆ ਦੇ ਲਈ ਹਮੇਸ਼ਾ ਹੀ ਸਾਡੇ ਨੌਜਵਾਨ ਨੂੰ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ। ਇਹ ਉਸ ਸਮੇਂ ਦੇ ਔਰ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਸਕਦੇ ਹੋ ਕਿ ਇੱਕ ਵਾਰ ਫਿਰ ਤੋਂ ਤੁਹਾਨੂੰ ਨਾਮ ਸਾਂਝੇ ਕਰਦੇ ਹਾਂ। ਸੂਬੇਦਾਰ ਜਸਵਿੰਦਰ ਸਿੰਘ ਜੀ ਕਪੂਰਥਲਾ ਪੰਜਾਬ ਤੋਂ ਨੇ, ਸਿਪਾਹੀ ਸਾਰਦ ਸਿੰਘ ਜੀ ਸ਼ਾਹਜਹਾਂਪੁਰ ਯੂਪੀ ਤੋਂ ਨੇ, ਨਾਇਕ ਮਨਦੀਪ ਸਿੰਘ ਜੀ ਗੁਰਦਾਸਪੁਰ ਪੰਜਾਬ ਤੋਂ ਨੇ, ਤੇ ਸਿਪਾਹੀ ਗੱਜਣ ਸਿੰਘ ਜੀ ਰੋਪੜ ਪੰਜਾਬ ਦੇ ਰਹਿਣ ਵਾਲੇ ਨੇ, ਤੇ ਸਿਪਾਹੀ ਵਿਸਾਖ ਕੋਲਮ ਕੇਰਲਾ ਦੇ ਰਹਿਣ ਵਾਲੇ ਸਨ। ਤਾਂ ਅੱਜ ਇਹਨਾਂ ਪੰਜਾਂ ਵੀਰਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਸਾਡੇ ਜਿਹੜੇ ਭਾਰਤੀ ਫੌਜ ਦੇ ਸਿਪਾਹੀ ਨੇ, ਜਾਬਾਜ਼ ਸਿਪਾਹੀ ਨੇ, ਉਹਨਾਂ ਨੇ ਐਨਕਾਊਂਟਰ ਦੇ ਦੌਰਾਨ ਜਿਹੜੀ ਸ਼ਹੀਦੀ ਪ੍ਰਾਪਤ ਕੀਤੀ ਹੈ। ਸਾਨੂੰ ਮਾਣ ਮਹਿਸੂਸ ਹੋ ਰਿਹਾ, ਨਾਲ ਹੀ ਸਾਨੂੰ ਦੁੱਖ ਵੀ ਹੈ ਕਿ ਸਾਡੇ ਸਿਪਾਹੀਆਂ ਦਾ ਏਦਾਂ ਸਾਡੇ ਵਿਚਕਾਰੋਂ ਜਾਣਾ ਸਾਡੀ ਇੰਡੀਅਨ ਆਰਮੀ ਨੂੰ ਬਹੁਤ ਵੱਡਾ ਘਾਟਾ ਵੀ ਹੈ। ਲੇਕਿਨ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਹੈ ਕਿ ਇਹੋ ਜਿਹੇ ਜਵਾਨਾਂ ਤੇ, ਇਹੋ ਜਿਹੇ ਨੌਜਵਾਨਾਂ ਤੇ ਸਾਨੂੰ ਮਾਣ ਮਹਿਸੂਸ ਹੁੰਦਾ, ਤੇ ਉਹ ਨੌਜਵਾਨ ਜਿਹੜੇ ਕਿ ਜਜ਼ਬਾ ਰੱਖਦੇ ਨੇ ਭਾਰਤੀ ਫੌਜ ਦੇ ਵਿੱਚ ਜਾਣ ਦਾ, ਆਪਣੇ ਦੇਸ਼ ਦੀ ਸੇਵਾ ਕਰਨ ਦਾ, ਇਹ ਉਹੀ ਜਵਾਨ ਨੇ ਜਿਹੜੇ ਕਿ ਬਹੁਤ ਸਖਤ ਮਿਹਨਤਾਂ ਦੇ ਨਾਲ ਤਿਆਰ ਹੁੰਦੇ ਨੇ, ਭਾਰਤੀ ਫੌਜ ਦੇ ਵਿੱਚ ਭਰਤੀ ਹੁੰਦੇ ਨੇ। ਤਾਂ ਇਹਨਾਂ ਦੀ ਸ਼ਹਾਦਤ ਤੋਂ ਸਾਡੇ ਨੌਜਵਾਨਾਂ ਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ। ਪਰਿਵਾਰ ਇਸ ਸਮੇਂ, ਇਹਨਾਂ ਦੇ ਪਰਿਵਾਰ ਬਹੁਤ ਦੁੱਖ ਦੇ ਵਿੱਚ ਨੇ, ਕਿਉਂਕਿ ਪਰਿਵਾਰ ਨੂੰ ਜਿਹੜਾ ਘਾਟਾ ਪਿਆ ਉਹ ਕਦੇ ਨਾ ਪੂਰਾ ਹੋਣ ਵਾਲਾ ਹੈ। ਤਾਂ ਇਹ ਸਾਡਾ ਇੱਕ ਸਮਾਜਿਕ ਤੌਰ ਤੇ ਸਮਾਜ ਦੇ ਵਿੱਚ ਰਹਿੰਦੇ ਹੋਏ ਫਰਜ਼ ਬਣਦਾ ਹੈ ਕਿ ਜਿਹੜੇ ਸਾਡੇ ਇੰਡੀਅਨ ਆਰਮੀ ਦੇ, ਸਾਡੀ ਭਾਰਤੀ ਫੌਜ ਦੇ ਜਵਾਨ ਸਾਡੇ ਲਈ ਸ਼ਹੀਦ ਹੁੰਦੇ ਨੇ, ਉਹਨਾਂ ਦੀ ਸ਼ਹਾਦਤ ਨੂੰ ਕਮ ਸੇ ਕਮ ਅਸੀਂ ਯਾਦ ਤਾਂ ਕਰੀਏ। ਉਹਨਾਂ ਨੂੰ ਇਹ ਇੰਨਾ ਤਾਂ ਜ਼ਰੂਰ ਸੋਚੀਏ ਕਿ ਉਹ ਵੀ ਆਪਣੇ ਪਰਿਵਾਰਾਂ ਦੇ ਵਿੱਚ ਆਰਾਮ ਦੇ ਨਾਲ ਜਿੱਦਾਂ ਅਸੀਂ ਰਹਿ ਰਹੇ ਹਾਂ ਰਹਿ ਸਕਦੇ ਨੇ, ਲੇਕਿਨ ਉਹਨਾਂ ਦੇ ਵਿੱਚ ਇੱਕ ਜਜ਼ਬਾ ਦੇਸ਼ ਦੀ, ਸਾਡੀ ਦੇਸ਼ ਦੀ ਸੇਵਾ ਕਰਨ ਦਾ। ਤਾਂ ਉਹ ਬਾਰਡਰਾਂ ਦੇ ਉੱਤੇ ਜਾ ਕੇ ਲੜਦੇ ਨੇ ਸਾਡੇ ਲਈ, ਉਹ ਦਿਨ ਰਾਤ ਜਾਗਦੇ ਨੇ, ਤਾਂ ਅਸੀਂ ਚੈਨ ਦੀਆਂ ਨੀਂਦਾਂ ਜਿਹੜੀਆਂ ਆਪਣੇ ਘਰੇ ਸੌਂਦੇ ਆ, ਕਿਉਂਕਿ ਸਾਨੂੰ ਪਤਾ ਬਾਰਡਰਾਂ ਦੇ ਉੱਤੇ ਸਾਡੇ ਜਾਬਾਜ਼ ਸਿਪਾਹੀ ਬੈਠੇ ਹੋਏ ਨੇ ਸਾਡੀ ਰੱਖਿਆ ਕਰਨ ਦੇ ਲਈ। ਤਾਂ ਅਸੀਂ ਆਪਣੇ ਘਰਾਂ ਦੇ ਵਿੱਚ ਆਰਾਮ ਦੇ ਨਾਲ ਬੈਠਦੇ ਹਾਂ, ਕਿਉਂਕਿ ਸਾਡੀ ਭਾਰਤੀ ਫੌਜ ਹੈ ਜਿਹੜੀ, ਉਹ ਸਾਡੀ ਇੱਕ ਰੀੜ੍ਹ ਦੀ ਹੱਡੀ ਹੈ। ਅਸੀਂ ਆਪਣੀ ਫੌਜ ਦੇ ਬਿਨਾਂ ਕੁਝ ਵੀ ਸੋਚ ਨਹੀਂ ਸਕਦੇ। ਤਾਂ ਆਪਣੇ ਸਰੀਰ ਦੀ ਪਰਵਾਹ ਨਾ ਕਰਦੇ ਹੋਏ, ਆਪਣੀ ਜ਼ਿੰਦਗੀ ਦੀ ਪਰਵਾਹ ਨਾ ਕਰਦੇ ਹੋਏ, ਦਿਨ ਰਾਤ ਸਰਹੱਦਾਂ ਤੇ ਵੀ ਸਾਡੀ ਇਹ ਜਵਾਨ ਸਾਡੀ ਰੱਖਿਆ ਕਰਦੇ ਨੇ। ਇਹ ਉਸ ਸਮੇਂ ਦੀਆਂ ਰਿਕਾਰਡਡ ਤਸਵੀਰਾਂ ਨੇ ਪੁੰਛ ਤੇ ਸੁਰਨਕੋਟ ਇਲਾਕੇ ਤੋਂ। ਤਾਂ ਇਹ ਸਾਡੇ ਸਿੱਖ ਵੀਰ ਭੈਣ ਭਰਾਵਾਂ ਨੂੰ ਵੀ ਇਸ ਸਮੇਂ ਮਾਣ ਮਹਿਸੂਸ ਹੋਵੇਗਾ। ਸ਼ਹਾਦਤਾਂ ਦਾ ਦੌਰ ਆ ਜਿਹੜਾ ਸਿੱਖ ਸਮਾਜ ਦੇ ਵਿੱਚ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ, ਤੇ ਅੱਜ ਵੀ ਸਰਹੱਦਾਂ ਦੇ ਉੱਤੇ ਸ਼ਹਾਦਤ ਦੇਣ ਦੇ ਲਈ ਇੱਕ ਸਿੱਖ ਨੌਜਵਾਨ ਹਮੇਸ਼ਾ ਹੀ ਖੜਿਆ ਰਹਿੰਦਾ ਹੈ। ਤੇ ਅੱਜ 5 ਜਿਹੜੇ ਸਾਡੇ ਜਵਾਨ ਸ਼ਹੀਦ ਹੋਏ ਨੇ, ਉਹਨਾਂ ਦੇ ਵਿੱਚੋਂ 4 ਸਾਡੇ ਸਿੱਖ ਜਵਾਨ ਨੇ, ਔਰ ਇੱਕ ਸਾਡਾ ਹਿੰਦੂ ਵੀਰ ਵੀ ਹੈ, ਵਿਸਾਖ ਕੋਲਮ, ਜੋ ਕੇਰਲਾ ਦੇ ਰਹਿਣ ਵਾਲੇ ਨੇ, ਸ਼ਹੀਦ ਹੋਏ ਨੇ। ਇਸ ਸਮੇਂ ਸਾਰਿਆਂ ਦੇ ਵੱਲੋਂ ਹੀ ਭਾਵ ਭਰੀ ਸ਼ਰਧਾਂਜਲੀ ਜਿਹੜੀ ਨਿਮਰ ਤਰੀਕੇ ਦੇ ਨਾਲ ਭਰੀ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਸਾਡੇ ਨਾਲ ਤੀਰਥ ਸਿੰਘ ਜੀ ਜੁੜੇ ਨੇ, ਮਨਪ੍ਰੀਤ ਸਿੰਘ ਜੀ ਜੁੜੇ ਨੇ, ਧਨਵੰਤ ਸਿੰਘ ਜੀ ਸਾਡੇ ਨਾਲ ਜੁੜੇ ਨੇ, ਵਾਹਿਗੁਰੂ ਲਿਖ ਰਹੇ ਨੇ, ਕਮਲ ਸਿੱਧੂ ਜੀ ਸਾਡੇ ਨਾਲ ਜੁੜੇ ਨੇ, ਅਮਰਜੀਤ ਸਿੰਘ ਜੀ, ਸਿੰਘ ਸਰਤਾਜ ਜੀ, ਸਿੰਘ ਇੰਦਰਪਾਲ ਜੀ, ਬਲਦੇਵ ਸਿੰਘ ਉਗਰਾਹ ਸਾਡੇ ਨਾਲ ਜੁੜੇ ਨੇ, ਵਾਹਿਗੁਰੂ ਜੀ ਲਿਖ ਰਹੇ ਨੇ, ਸ਼ਰਨਜੀਤ ਸਿੰਘ ਜੀ ਸਾਡੇ ਨਾਲ ਜੁੜੇ ਨੇ, ਵਾਹਿਗੁਰੂ ਜੀ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ ਜੀ, ਬਿੱਟੂ ਰੰਧਾਵਾ ਜੀ ਸਾਡੇ ਨਾਲ ਜੁੜੇ ਨੇ। ਸਾਰਿਆਂ ਦੇ ਵੱਲੋਂ ਹੀ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।
ਸੰਜੂ ਸਿੰਘ ਸੁਰਜੀਤ ਜੀ ਸਾਡੇ ਨਾਲ ਜੁੜੇ ਨੇ। ਕੁਲਵੀਰ ਸਿੰਘ ਜੀ ਸਾਡੇ ਨਾਲ ਜੁੜੇ ਨੇ। ਸੰਜੂ ਸਿੰਘ ਸੁਰਜੀਤ ਜੀ, ਦਲਬੀਰ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ। ਸਮਕਸ਼ਦੀਪ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ। ਸਾਰਿਆਂ ਦੇ ਵੱਲੋਂ ਹੀ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਮੈਂ ਨਾਮ ਇਸ ਲਈ ਲੈ ਰਹੀ ਹਾਂ ਕਿਉਂਕਿ ਸਾਰਿਆਂ ਦੀਆਂ ਭਾਵਨਾਵਾਂ ਦੀ ਆਪਾਂ ਕਦਰ ਕਰਦੇ ਹਾਂ। ਪ੍ਰਿਤਪਾਲ ਸਿੰਘ ਜੀ, ਇੰਦਰਜੀਤ ਸਿੰਘ ਜੀ ਲਿਖ ਰਹੇ ਨੇ ਵਾਹਿਗੁਰੂ ਜੀ ਮਿਹਰ ਕਰਨ। ਕੁਲਦੀਪ ਸਿੰਘ ਬਮਰਾ ਜੀ ਸਾਡੇ ਨਾਲ ਜੁੜੇ ਹੋਏ ਨੇ। ਬਲਵਿੰਦਰ ਕੌਰ ਜੀ ਵਾਹਿਗੁਰੂ ਜੀ। ਧਰਮਿੰਦਰ ਸਿੰਘ ਖਹਿਰਾ ਜੀ ਵਾਹਿਗੁਰੂ ਜੀ ਪ੍ਰਣਾਮ ਸ਼ਹੀਦਾਂ ਨੂੰ। ਬਿਲਕੁਲ ਸਾਨੂੰ ਹਰ ਸਮੇਂ ਇਹਨਾਂ ਸ਼ਹੀਦਾਂ ਨੂੰ ਚੇਤੇ ਰੱਖਣਾ ਚਾਹੀਦਾ ਹੈ। ਇਹਨਾਂ ਸ਼ਹੀਦਾਂ ਨੂੰ ਜਿੰਨੀ ਵਾਰੀ ਪ੍ਰਣਾਮ ਕਰੀਏ ਓਨਾ ਹੀ ਘੱਟ ਹੈ ਕਿਉਂਕਿ ਸਾਡੇ ਲਈ ਇਹ ਸ਼ਹੀਦ ਹੋਏ ਨੇ। ਹਰਪ੍ਰੀਤ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ ਵਾਹਿਗੁਰੂ ਜੀ ਲਿਖ ਰਹੇ ਨੇ। ਤਾਂ ਜਿਸ ਤਰ੍ਹਾਂ ਦੇ ਨਾਲ ਇਹਨਾਂ ਵੀਰਾਂ ਦੀ ਸ਼ਹਾਦਤ ਹੋਈ ਹੈ, ਇਹਨਾਂ ਜਵਾਨਾਂ ਦੀ ਸ਼ਹਾਦਤ ਹੋਈ ਹੈ, ਇਹਨਾਂ ਦੀ ਸ਼ਹਾਦਤ ਨੂੰ ਇਉਂ ਹੀ ਜਾਇਆ ਨਹੀਂ ਜਾਣ ਦਿੱਤਾ ਜਾਵੇਗਾ। ਜਿਸ ਮਕਸਦ ਦੇ ਨਾਲ ਅੱਤਵਾਦ ਦਾ ਜੰਮੂ ਕਸ਼ਮੀਰ ਦੇ ਵਿੱਚੋਂ ਖਾਤਮਾ ਕਰਨ ਦੀ ਸੋਚ ਦੇ ਨਾਲ ਇਹਨਾਂ ਜਵਾਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ, ਤਾਂ ਉਸ ਅੱਤਵਾਦ ਨੂੰ ਜੜੋਂ ਪੁੱਟਣਾ ਇਹੀ ਸੋਚ ਲੈ ਕੇ ਜਿਹੜੇ ਸਾਡੇ ਨੌਜਵਾਨ ਨੇ ਉਹ ਚੱਲਣ, ਵੱਧ ਤੋਂ ਵੱਧ ਭਾਰਤੀ ਫੌਜ ਦੇ ਵਿੱਚ ਸ਼ਾਮਲ ਹੋਣ ਦੇ ਲਈ ਸਖਤ ਮਿਹਨਤ ਕਰ ਰਹੇ ਨੇ। ਤਾਂ ਬਹੁਤ ਹੀ ਦੁਖਦਾਈ ਘਟਨਾ ਵੀ ਹੈ ਪਰ ਸਾਡੇ ਲਈ ਮਾਣ ਦੀ ਗੱਲ ਵੀ ਹੈ। ਅੱਜ ਤੱਕ ਜਿੰਨੀਆਂ ਵੀ ਲੜਾਈਆਂ ਲੜੀਆਂ ਨੇ, ਹਰ ਇੱਕ ਭਾਰਤੀ ਫੌਜ ਦਾ ਸਿਪਾਹੀ ਸ਼ਹਾਦਤ ਦੇਣ ਨੂੰ ਤਿਆਰ ਬਰ ਤਿਆਰ ਰਹਿੰਦਾ। ਤੇ ਉੱਥੇ ਗੱਲ ਕੀਤੀ ਜਾਵੇ ਸਾਡੇ ਸਿੱਖ ਰੈਜੀਮੈਂਟ ਦੀ, ਜਦੋਂ ਵੀ ਕੋਈ ਬਹੁਤ ਵੱਡੀ ਔਕੜ ਆਉਂਦੀ ਹੈ ਤਾਂ ਅਸੀਂ ਅਕਸਰ ਦੇਖਿਆ ਕਿ ਸਾਡੀ ਸਿੱਖ ਰੈਜੀਮੈਂਟ ਹਮੇਸ਼ਾ ਮੂਹਰੇ ਹੁੰਦੀ ਹੈ। ਸਾਡੇ ਸਿੱਖ ਵੀਰ ਦਸਤਾਰਾਂ ਵਾਲੇ ਦੂਰੋਂ ਹੀ ਲੱਭਦੇ ਨੇ। ਤਾਂ ਗੱਲ ਕੀਤੀ ਜਾਵੇ ਬਾਰਡਰਾਂ ਤੇ ਖੜੇ ਹੋ ਕੇ ਆਪਣੇ ਹੱਕਾਂ ਦੀ ਲੜਾਈ ਲੜਨ ਦੀ ਤੇ ਬਾਰਡਰਾਂ ਤੇ ਖੜੇ ਹੋ ਕੇ ਆਪਣੇ ਦੇਸ਼ ਦੇ ਲਈ ਲੜਨ ਦੀ, ਹਰ ਇੱਕ ਜਗ੍ਹਾ ਤੇ ਸਾਡਾ ਸਿੱਖ ਹਮੇਸ਼ਾ ਤਿਆਰ ਰਹਿੰਦਾ ਹੈ। ਤੇ ਅੱਜ ਇਹ ਉਹਨਾਂ ਹੀ ਕਿਸਾਨਾਂ ਦੇ ਪੁੱਤ ਨੇ ਜਿਹੜੇ ਬਾਰਡਰਾਂ ਤੇ ਸ਼ਹੀਦ ਹੋਏ ਨੇ। ਉਹ ਕਿਸਾਨ ਜਿਹੜੇ ਸਰਹੱਦਾਂ ਦੇ ਉੱਤੇ ਆਪਣੇ ਹੱਕਾਂ ਦੇ ਲਈ ਲੜਾਈ ਲੜਦੇ ਨੇ ਤੇ ਇਹ ਉਹੀ ਕਿਸਾਨਾਂ ਦੇ ਪੁੱਤ ਨੇ ਜਿਹੜੇ ਸਰਹੱਦਾਂ ਦੇ ਉੱਤੇ ਸਾਡੇ ਲਈ ਲੜ ਰਹੇ ਨੇ ਅੱਤਵਾਦ ਦਾ ਖਾਤਮਾ ਕਰਨ ਦੇ ਲਈ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਸਮਝਦੇ ਨੇ ਕਿ ਅਸੀਂ ਭਾਰਤੀ ਫੌਜ ਦੇ ਵਿੱਚ ਰਹਿ ਕੇ ਕਿਸ ਤਰ੍ਹਾਂ ਦੇ ਨਾਲ ਸੇਵਾ ਨਿਭਾਉਣੀ ਹੈ। ਸਾਨੂੰ ਇੱਕ ਸੇਵਾ ਸੌਂਪੀ ਗਈ ਹੈ, ਉਸ ਸੇਵਾ ਨੂੰ ਹਮੇਸ਼ਾ ਹੀ ਇਮਾਨਦਾਰੀ ਦੇ ਨਾਲ, ਬਹੁਤ ਹੀ ਜਜ਼ਬੇ ਦੇ ਨਾਲ ਜਿਹੜਾ ਸਾਡਾ ਭਾਰਤੀ ਫੌਜ ਦਾ ਸਿਪਾਹੀ ਹੈ ਸੇਵਾ ਕਰਦਾ ਹੈ, ਉਸ ਨੂੰ ਨਿਭਾਉਂਦਾ ਹੈ, ਆਪਣੇ ਫਰਜ਼ ਨੂੰ ਨਿਭਾਉਂਦਾ। ਤੇ ਆਪਾਂ ਸਾਰੇ ਹੀ ਇਹਨਾਂ ਦੀ ਸ਼ਹਾਦਤ ਨੂੰ ਯਾਦ ਰੱਖੀਏ। ਆਪਣੇ ਬੱਚਿਆਂ ਨੂੰ, ਸਾਡੇ ਜਿਹੜੇ ਨੌਜਵਾਨ ਸਾਡੇ ਸਿਪਾਹੀ ਸ਼ਹੀਦ ਹੁੰਦੇ ਨੇ ਉਹਨਾਂ ਦੀ ਸ਼ਹਾਦਤਾਂ ਦੇ ਬਾਰੇ ਦੇ ਵਿੱਚ ਦੱਸੀਏ। ਅਕਸਰ ਆਪਾਂ ਦੇਖਦੇ ਹਾਂ ਕਿ ਕੋਈ ਵੀ ਜਦੋਂ ਸਾਡਾ ਨੈਸ਼ਨਲ ਫੈਸਟੀਵਲ ਹੁੰਦਾ ਹੈ, ਚਾਹੇ ਆਪਾਂ ਆਜ਼ਾਦੀ ਦੇ ਦਿਨ ਗਣਤੰਤਰ ਦਿਵਸ ਦੀ ਗੱਲ ਕਰੀਏ, ਸੁਤੰਤਰ ਦਿਵਸ ਦੀ ਗੱਲ ਕਰੀਏ, ਤਾਂ ਆਪਾਂ ਸਮੇਂ-ਸਮੇਂ ਤੇ ਸਾਡੇ ਜਿਹੜਾ ਭਾਰਤ ਦਾ ਝੰਡਾ ਲਹਿਰਾਇਆ ਜਾਂਦਾ। ਲੇਕਿਨ ਇਹ ਉਹ ਨੌਜਵਾਨ ਨੇ ਜਿਹੜੇ ਝੰਡਾ ਲਹਿਰਾਉਣ ਦੀ ਬਜਾਏ ਝੰਡੇ ਦੇ ਵਿੱਚ ਲਪੇਟੇ ਹੋਏ ਆਪਣੇ ਘਰਾਂ ਨੂੰ ਆਉਂਦੇ ਨੇ। ਇਹ ਉਸ ਝੰਡੇ ਦੀ ਰਾਖੀ ਦੇ ਲਈ, ਜਿਹੜੇ ਝੰਡੇ ਅਸੀਂ ਉਹਨਾਂ ਦਿਨਾਂ ਦੇ ਉੱਤੇ ਗਣਤੰਤਰ ਦਿਵਸ, ਸੁਤੰਤਰ ਦਿਵਸ ਤੇ ਲਹਿਰਾਉਂਦੇ ਹਾਂ, ਉਹ ਝੰਡਿਆਂ ਦੀ ਰਾਖੀ ਕਰ ਰਹੇ ਨੇ। ਇਹ ਜਿਹੜੇ ਸਾਡੇ ਜਵਾਨ ਨੇ ਸਰਹੱਦਾਂ ਦੇ ਉੱਤੇ ਉਸ ਝੰਡੇ ਦੀ ਰਾਖੀ ਕਰ ਰਹੇ ਨੇ ਔਰ ਉਹਨਾਂ ਝੰਡਿਆਂ ਦੇ ਵਿੱਚ ਲਿਪਟ ਕੇ ਇਹ ਆਪਣੇ ਘਰਾਂ ਨੂੰ ਆਉਂਦੇ ਨੇ। ਸਿਰਫ ਝੰਡੇ ਲਹਿਰਾਉਣ ਤੱਕ ਜਾਂ ਚੜਾਉਣ ਤੱਕ ਸੀਮਿਤ ਨਹੀਂ ਰਹਿੰਦੀ ਸਾਡੀ ਭਾਰਤੀ ਫੌਜ। ਹਮੇਸ਼ਾ ਸ਼ਹਾਦਤ ਦਾ ਜਾਮ ਪੀ ਕੇ ਉਹਨਾਂ ਝੰਡਿਆਂ ਦੇ ਵਿੱਚ ਲਿਪਟ ਕੇ ਇਹ ਜਵਾਨ ਨੇ ਜਿਹੜੇ, ਕਿਉਂਕਿ ਜਦੋਂ ਇਹ ਜਵਾਨ ਘਰੋਂ ਨਿਕਲਦਾ ਹੈ, ਜਦੋਂ ਸਾਡਾ ਇੱਕ ਨੌਜਵਾਨ ਭਾਰਤੀ ਫੌਜ ਦੇ ਵਿੱਚ ਸ਼ਾਮਲ ਹੁੰਦਾ ਹੈ ਔਰ ਜਦੋਂ ਉਹ ਘਰੋਂ ਨਿਕਲਦਾ ਹੈ ਤਾਂ ਸ਼ਾਇਦ ਉਹ ਇਹੀ ਸੋਚ ਲੈ ਕੇ ਤੁਰਦਾ ਹੈ ਕਿ ਕਾਸ਼ ਮੈਨੂੰ ਵੀ ਅਜਿਹਾ ਇੱਕ ਮੌਕਾ ਮਿਲੇ ਜਦੋਂ ਸਾਰੇ ਦੇਖਣ ਔਰ ਮੈਂ ਆਪਣਾ ਫਰਜ਼ ਨਿਭਾਉਂਦੇ ਹੋਏ ਜਿਹੜਾ ਭਾਰਤੀ ਫੌਜ ਦੇ ਵਿੱਚ ਸ਼ਹੀਦ ਹੋ ਜਾਵਾਂ। ਹਰ ਇੱਕ ਦਾ ਇਹੀ ਜਦੋਂ ਵੀ ਨੌਜਵਾਨ ਜਾਂਦਾ ਹੈ ਭਾਰਤੀ ਫੌਜ ਦੇ ਵਿੱਚ ਭਰਤੀ ਹੁੰਦਾ ਹੈ ਤੇ ਸ਼ਾਇਦ ਉਹ ਆਪਣੇ ਸਿਰ ਦੇ ਉੱਤੇ ਕਹਿੰਦੇ ਨੇ ਨਾ ਕਫਨ ਬੰਨ੍ਹ ਕੇ ਘਰੋਂ ਤੁਰਦਾ ਹੈ। ਤਾਂ ਇਹ ਉਹੀ ਸਾਡੀ ਭਾਰਤੀ ਫੌਜ ਦੇ ਜਵਾਨ ਨੇ ਜਿਹੜੇ ਘਰੋਂ ਕਫਨ ਬੰਨ੍ਹ ਕੇ ਤੁਰੇ ਸੀ। ਇਹਨਾਂ ਦੇ ਵੀ ਪਿੱਛੇ ਪਰਿਵਾਰ ਨੇ। ਜੇਕਰ ਮਨਦੀਪ ਸਿੰਘ ਜੀ ਹੋਣਾ ਦੀ ਗੱਲ ਕੀਤੀ ਜਾਵੇ, ਵੱਡਾ ਬੇਟਾ ਇਹਨਾਂ ਦਾ 4 ਸਾਲ ਦਾ ਤੇ ਛੋਟਾ ਬੇਟਾ ਮਹਿਜ਼ 1 ਮਹੀਨੇ ਦਾ, ਜਿਸਨੂੰ ਕਿ
ਹਾਲੇ ਤੱਕ ਮਨਦੀਪ ਸਿੰਘ ਜੀ ਹੋਣਾ ਨੇ ਵੇਖਿਆ ਵੀ ਨਹੀਂ ਹੈ। ਉਹਨਾਂ ਦੀ ਪਤਨੀ ਦਾ ਤੇ ਉਹਨਾਂ ਦੇ ਮਾਤਾ ਜੀ ਦਾ ਬਹੁਤ ਰੋ-ਰੋ ਕੇ ਬੁਰਾ ਹਾਲ ਆ, ਕਿਉਂਕਿ ਮਾਤਾ ਜੀ ਦੀ ਜਦੋਂ ਅਸੀਂ ਗੱਲ ਸੁਣੀ ਸੀ ਤਾਂ ਉਹਨਾਂ ਨੇ ਕਿਹਾ ਕਿ ਬਹੁਤ ਨਿੱਕੇ ਹੁੰਦੇ ਤੋਂ ਬਹੁਤ ਔਖਿਆਈਆਂ ਦੇ ਨਾਲ ਮੈਂ ਇਹਨਾਂ ਦੋਨਾਂ ਆਪਣੇ ਪੁੱਤਰਾਂ ਨੂੰ ਪਾਲਿਆ ਤੇ ਦੋਨਾਂ ਨੂੰ ਹੀ ਦੇਸ਼ ਦੀ ਸੇਵਾ ਕਰਨ ਦੇ ਲਈ ਮੈਂ ਇੰਡੀਅਨ ਆਰਮੀ ਦੇ ਵਿੱਚ, ਭਾਰਤੀ ਫੌਜ ਦੇ ਵਿੱਚ ਭਰਤੀ ਕਰਵਾਇਆ। ਹਰਮਨਦੀਪ ਸਿੰਘ ਜੀ ਉਹਨਾਂ ਦੇ ਘਰ ਦੇ ਹਾਲਾਤ ਦੱਸੀਏ ਤਾਂ ਬਹੁਤ ਗਰੀਬੀ ਦੇ ਵਿੱਚ ਉਹਨਾਂ ਦੇ ਮਾਤਾ ਜੀ ਨੇ ਉਹਨਾਂ ਨੂੰ ਪਾਲ ਕੇ, ਕਿਉਂਕਿ ਬਹੁਤ ਜਿਗਰੇ ਚਾਹੀਦੇ ਉਹਨਾਂ ਮਾਵਾਂ ਦੇ ਵੀ ਜਿਹੜੀਆਂ ਮਾਤਾਵਾਂ ਆਪਣੇ ਬੱਚਿਆਂ ਨੂੰ ਭਾਰਤੀ ਫੌਜ ਦੇ ਵਿੱਚ ਭੇਜਦੀਆਂ ਨੇ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਅਗਰ ਅਗਰ ਅਸੀਂ ਬੱਚਿਆਂ ਨੂੰ, ਆਪਣੇ ਜਵਾਨਾਂ ਨੂੰ, ਆਪਣੇ ਬੇਟਿਆਂ ਨੂੰ, ਕਿਉਂਕਿ ਕਈ ਵਾਰੀ ਆਪਾਂ ਦੇਖਦੇ ਹਾਂ ਨਾ ਕਿ ਬਹੁਤੇ ਬੱਚੇ ਨੇ ਜਿਹੜੇ ਅੱਜ ਕੱਲ੍ਹ ਵਿਦੇਸ਼ਾਂ ਦੇ ਵਿੱਚ ਜਾਣ ਨੂੰ ਪ੍ਰਾਇਓਰਿਟੀ ਦੇ ਰਹੇ ਨੇ, ਬਾਹਰਲੇ ਮੁਲਕਾਂ ਦੇ ਵਿੱਚ ਜਾ ਰਹੇ ਨੇ, ਲੇਕਿਨ ਇਹ ਵੀ ਤੇ ਸਾਡੇ ਦੇਸ਼ ਦੇ ਨੌਜਵਾਨ ਨੇ ਜਿਹੜੇ ਸਾਡੇ ਲਈ ਸ਼ਹੀਦ ਹੋ ਰਹੇ ਨੇ। ਤਾਂ ਬਹੁਤ ਦੁੱਖ ਦੀ ਗੱਲ ਵੀ ਹੈ, ਲੇਕਿਨ ਮੈਂ ਨਾਲ ਹੀ ਇੱਥੇ ਇੱਕ ਜ਼ਰੂਰ ਗੱਲ ਕਹਿ ਦੇ ਹਾਂ ਕਿ ਸਾਨੂੰ ਮਾਣ ਵੀ ਮਹਿਸੂਸ ਹੋ ਰਿਹਾ ਕਿ ਅੱਜ ਸਾਡੇ ਦੇਸ਼ ਦੇ ਲਈ ਜਿਹੜੇ ਸਾਡੇ ਜਵਾਨ ਨੇ ਭਾਰਤੀ ਫੌਜ ਦੇ, ਸਾਡੇ ਦੇਸ਼ ਦੇ ਲਈ ਸ਼ਹੀਦ ਹੋਏ ਨੇ, ਕਿਉਂਕਿ ਦੁਨੀਆ ਦੇ ਉੱਤੋਂ ਹਰ ਇੱਕ ਨੇ ਚਲੇ ਜਾਣਾ, ਲੇਕਿਨ ਕੁਝ ਅਜਿਹੇ ਚੁਣੇ ਹੋਏ ਲੋਕ ਹੁੰਦੇ ਨੇ, ਕੁਝ ਅਜਿਹੇ ਚੁਣੇ ਹੋਏ ਰੂਹਾਂ ਹੁੰਦੀਆਂ ਨੇ ਜਿਹੜੀਆਂ ਰਹਿੰਦੀ ਦੁਨੀਆ ਤੱਕ ਚੇਤਾ ਰਹਿਣਗੀਆਂ, ਸ਼ਹਾਦਤ ਦਾ ਜਾਮ ਪੀਂਦੀਆਂ ਨੇ, ਕਿਉਂਕਿ ਸ਼ਹਾਦਤ ਹਰ ਇੱਕ ਨੂੰ ਨਹੀਂ ਪ੍ਰਾਪਤ ਹੋ ਜਾਂਦੀ। ਕੁਝ ਬਹੁਤ ਜ਼ਿਆਦਾ ਕਹਿੰਦੇ ਨੇ ਜਜ਼ਬਾ ਰੱਖਣ ਵਾਲੇ ਔਰ ਦੇਸ਼ ਦੇ ਲਈ ਆਪਣੀ ਬਹੁਤ ਹੀ ਸਹੀ ਨੀਅਤ ਲੈ ਕੇ ਸੇਵਾ ਕਰਨ ਵਾਲੇ ਜਿਹੜੇ ਜਵਾਨ ਨੇ। ਜੇਕਰ ਗੱਲ ਕੀਤੀ ਜਾਵੇ ਕਿ ਆਪਾਂ ਤਾਂ ਸਿਰਫ ਘਰਾਂ ਦੇ ਵਿੱਚ ਬੈਠ ਕੇ ਸੋਸ਼ਲ ਮੀਡੀਆ ਚਲਾਉਂਦੇ ਆ, ਲੇਕਿਨ ਉਹ ਸਰਹੱਦਾਂ ਦੇ ਉੱਤੇ ਬੈਠ ਕੇ ਉਹਨਾਂ ਨੂੰ ਵੀ ਲੱਗਦਾ ਹੈ ਕਿ ਜੋ ਅੱਜ ਅਸੀਂ ਨਾਰਮਲ ਜ਼ਿੰਦਗੀ ਘਰਾਂ ਦੇ ਵਿੱਚ ਬੈਠ ਕੇ ਦੂਜੇ ਲੋਕ ਜਿਉ ਰਹੇ ਨੇ, ਅਸੀਂ ਵੀ ਜਿਉਈਏ, ਕੀ ਪਤਾ ਇਹੋ ਜਿਹੀ, ਲੇਕਿਨ ਉਹ ਇਹੋ ਜਿਹੀ ਜ਼ਿੰਦਗੀ ਦਾ ਸੁਪਨਾ ਲੈ ਕੇ ਨਹੀਂ ਚੱਲਦੇ, ਉਹ ਸਾਡੇ ਲਈ ਜਿਉਂਦੇ ਨੇ ਤੇ ਸਾਡੇ ਲਈ ਹੀ ਮਰਦੇ ਨੇ। ਤਾਂ ਇਸ ਕਰਕੇ ਭਾਰਤੀ ਫੌਜ ਦੇ ਜਵਾਨਾਂ ਦੀ ਸ਼ਹਾਦਤ ਨੂੰ ਇਉਂ ਜਾਇਆ ਨਾ ਗਵਾਉਣ ਦੇਈਏ। ਉਹਨਾਂ ਦੀ ਸ਼ਹਾਦਤ ਨੂੰ ਆਪਣੇ ਬੱਚਿਆਂ ਨੂੰ ਦੱਸਿਆ ਕਰੋ ਕਿ ਕਿਸ ਤਰ੍ਹਾਂ ਦੇ ਨਾਲ ਸਾਡੇ ਸਰਹੱਦਾਂ ਦੇ ਉੱਤੇ, ਬੱਚਿਆਂ ਨੂੰ ਰੋਜ਼ ਸੁਣਾ ਦਿਆ ਕਰੋ ਕਿਸ ਤਰ੍ਹਾਂ ਦੇ ਨਾਲ ਸਰਹੱਦਾਂ ਦੇ ਉੱਤੇ ਤੁਹਾਡੇ ਵੀਰ ਬੈਠੇ ਹੋਏ ਨੇ, ਸਾਡੇ ਭਾਰਤੀ ਫੌਜ ਦੇ ਜਵਾਨ ਬੈਠੇ ਹੋਏ ਨੇ। ਅੱਜ ਆਪਾਂ ਘਰਾਂ ਦੇ ਵਿੱਚ ਆਰਾਮ ਨਾਲ ਸੌ ਰਹੇ ਹਾਂ, ਲੇਕਿਨ ਉਹ ਉੱਥੇ ਸਰਹੱਦਾਂ ਦੇ ਉੱਤੇ ਜਾਗ ਰਹੇ ਨੇ। ਤਾਂ ਸਾਰਿਆਂ ਦੇ ਵੱਲੋਂ ਸਾਡੇ ਜਿੰਨੇ ਵੀ ਵੀਰ ਨੇ, ਸਾਡੇ ਸੋਸ਼ਲ ਮੀਡੀਆ ਦਾ ਜਿਹੜਾ ਸਾਡੇ ਇੱਕ ਬਾਣੀ ਚੈਨਲ ਦਾ ਜਿਹੜਾ ਪਰਿਵਾਰ ਹੈ, ਉਹਨਾਂ ਸਾਰਿਆਂ ਦੇ ਵੱਲੋਂ ਹੀ ਇਹਨਾਂ ਸ਼ਹੀਦ ਹੋਏ ਜਵਾਨਾਂ ਨੂੰ, ਭਾਰਤੀ ਫੌਜ ਦੇ ਇਹਨਾਂ ਸ਼ਹੀਦ ਹੋਏ ਜਵਾਨਾਂ ਨੂੰ ਬਹੁਤ ਹੀ ਨਿਮਰ ਭਰੀ ਸ਼ਰਧਾਂਜਲੀ ਭੇਂਟ ਕੀਤੀ ਜਾ ਰਹੀ ਹੈ। ਵੀਰ ਜੀ ਇੰਦਰਪਾਲ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ। ਵੀਰ ਜੀ ਹਰ ਇੱਕ ਇਨਸਾਨ ਦੀ ਆਪਣੀ ਆਪਣੀ ਸੋਚ ਲੈ ਕੇ ਚੱਲ ਰਿਹਾ, ਲੇਕਿਨ ਕੋਈ ਵੀ ਅਗਰ ਕੋਈ ਇਸ ਤਰ੍ਹਾਂ ਦੀ ਸੋਚ ਲੈ ਕੇ ਚੱਲ ਰਿਹਾ ਤਾਂ ਨਾਲ ਦੀ ਨਾਲ ਜਵਾਬ ਨੇ ਜਿਹੜੇ ਉਹਨਾਂ ਨੂੰ ਮਿਲਦੇ ਜਾ ਰਹੇ ਨੇ। ਕਿਸੇ ਨੂੰ ਸਰਟੀਫਿਕੇਟ ਦੇਣਾ, ਕਿਸੇ ਨੂੰ ਟੈਗ ਲਗਾਉਣਾ, ਇਹ ਹਰ ਇੱਕ ਦੀ ਆਪਣੀ ਆਪਣੀ, ਕਈਆਂ ਦੀ ਵਿੱਚੋਂ ਆਪਾਂ ਕਹਿ ਸਕਦੇ ਸਾਰਿਆਂ ਦੀ ਨਹੀਂ, ਕਈਆਂ ਦੀ ਵਿੱਚੋਂ ਬੇਕਾਰ ਸੋਚ ਹੋ ਵੀ ਸਕਦੀ ਹੈ, ਲੇਕਿਨ ਉਹ ਸੋਹਣੀ ਸੋਚ ਰੱਖਣ ਵਾਲੇ ਲੋਕਾਂ ਨੂੰ ਵੀ ਇਹੋ ਜਿਹੇ ਜਵਾਨ ਸ਼ਹੀਦ ਹੋ ਕੇ ਜਵਾਬ ਦੇ ਰਹੇ ਨੇ ਕਿ ਅਸੀਂ ਜੋ ਤੁਸੀਂ ਕਹਿ ਰਹੇ ਹੋ ਅਸੀਂ ਉਹ ਨਹੀਂ ਹਾਂ, ਅਸੀਂ ਇਹ ਹਾਂ ਜੋ ਅਸੀਂ ਦੇਸ਼ ਦੇ ਲਈ ਸ਼ਹੀਦ ਹੋ ਰਹੇ ਹਾਂ, ਸ਼ਹਾਦਤਾਂ ਪ੍ਰਾਪਤ ਕਰ ਰਹੇ ਹਾਂ, ਅਸੀਂ ਇਹ ਹਾਂ। ਸਾਡੇ ਸ਼ੁਰੂ ਤੋਂ ਗੁਰੂਆਂ ਨੇ ਸਿਖਾਇਆ ਸਾਡਾ, ਕਿਉਂਕਿ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ, ਗੁਰੂਆਂ ਪੀਰਾਂ ਦੀ ਧਰਤੀ ਹੈ, ਸ਼ਹਾਦਤ ਦੀ ਧਰਤੀ ਹੈ, ਉੱਥੋਂ ਜਿਹੜੇ ਇਹ ਵੀਰ ਆਉਂਦੇ ਨੇ, ਇਹ ਤਾਂ ਬਿਲਕੁਲ ਹੀ ਉਹਨਾਂ ਦਾ ਹੁੰਦਾ ਹੈ ਕਿ ਅਸੀਂ ਦੇਸ਼ ਦੇ ਲਈ ਮਰ ਮਿਟਣ ਦੇ ਲਈ ਹੀ ਉਹ ਆਪਣੇ ਘਰਾਂ ਤੋਂ ਬਾਹਰ ਤੁਰਦੇ ਨੇ। ਤਾਂ ਤੁਹਾਡੇ ਵਾਲੀ ਗੱਲ ਬਿਲਕੁਲ ਠੀਕ ਹੈ। ਜੇਕਰ ਉਹਨਾਂ ਦੇ ਲਈ ਸਾਡੇ ਜਿਹੜੇ ਸਿੱਖ ਵੀਰ ਨੇ, ਉਹਨਾਂ ਦੇ ਲਈ ਜੇਕਰ ਬਿਲਕੁਲ ਨਾ ਵਰਤੇ ਜਾਣ ਵਾਲੇ, ਬਿਲਕੁਲ ਵੀ ਜਿਨ੍ਹਾਂ ਸ਼ਬਦਾਂ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ, ਉਹ ਸ਼ਬਦ ਵਰਤੇ ਜਾਂਦੇ ਨੇ ਤੇ ਵੀਰ ਬਾਰਡਰਾਂ ਦੇ ਉੱਤੇ ਸ਼ਹਾਦਤਾਂ ਦੇ ਕੇ ਉਹਨਾਂ ਸ਼ਬਦਾਂ ਨੂੰ ਬਿਲਕੁਲ ਹੀ, ਉਹਨਾਂ ਦੇ ਇਹਨਾਂ ਸ਼ਬਦਾਂ ਨੂੰ ਗਲਤ ਸਾਬਿਤ ਕਰ ਰਹੇ ਨੇ, ਉਹ ਸਾਡੇ ਲਈ ਹੀ ਕਰ ਰਹੇ ਨੇ। ਇੰਦਰਪ੍ਰੀਤ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ, ਦੀਪ ਅਮਰ ਸਿੰਘ ਜੀ, ਹਰਦੀਪ ਸਿੰਘ ਜੀ ਸਾਡੇ ਨਾਲ ਜੁੜੇ ਜੇਕਰ ਗੱਲ ਕੀਤੀ ਜਾਵੇ ਸਿੱਖ ਰੈਜੀਮੈਂਟ ਦੀ, ਤਾਂ ਉਹ ਆਪਾਂ ਜਦੋਂ ਵੀ ਵੇਖਦੇ ਹਾਂ, ਚਾਹੇ LOC ਦੇ ਉੱਤੇ ਜਾਂ ਜਿੰਨੀਆਂ ਵੀ ਜੰਗਾਂ ਹੋਈਆਂ ਨੇ, ਤਾਂ ਜਿਹੜੀ ਸਿੱਖ ਰੈਜੀਮੈਂਟ ਹੈ, ਆਪਾਂ ਦੇਖਦੇ ਹਾਂ ਕਿ ਚਾਹੇ ਇਸ ਗੱਲ ਨੂੰ ਕੋਈ ਮੰਨੇ ਨਾ ਮੰਨੇ, ਚਾਹੇ ਇਸ ਗੱਲ ਨੂੰ ਕੋਈ ਆਪਣੇ ਮੂੰਹ ਤੋਂ ਕੱਢੇ ਨਾ ਕੱਢੇ, ਲੇਕਿਨ ਇਹ ਗੱਲ ਤੇ ਜ਼ਰੂਰ
ਸਾਬਿਤ ਹੁੰਦੀ ਹੈ ਹਮੇਸ਼ਾ ਹੀ ਕਿ ਜਦੋਂ ਕਿਤੇ ਬਹੁਤ ਵੱਡੀ ਪੀੜ ਪੈਂਦੀ ਹੈ, ਚਾਹੇ ਉਹ ਸਾਡੇ ਦੇਸ਼ ਦੇ ਉੱਤੇ ਹੋਵੇ, ਸਾਡੇ ਸਮਾਜ ਦੇ ਉੱਤੇ ਹੋਵੇ, ਤਾਂ ਦੀਂਦੇ ਤਾਂ ਦਸਤਾਰਾਂ ਵਾਲੇ ਹੀ ਨੇ, ਦੀਂਦੇ ਤਾਂ ਸਾਡੇ ਪੱਗਾਂ ਵਾਲੇ ਸਿੱਖ ਹੀ ਨੇ ਦੂਰੋਂ। ਔਰ ਸਭ ਨੂੰ ਪਤਾ ਹੁੰਦਾ ਕਿ ਇਸ ਬਿਪਤਾ ਦੇ ਵਿੱਚੋਂ, ਇਸ ਆਪਦਾ ਦੇ ਵਿੱਚੋਂ ਸਾਡੇ ਦੇਸ਼ ਨੂੰ ਉਹੀਓ ਕੱਢਣਗੇ। ਬਾਕੀ ਸਾਡਾ ਸਿੱਖ ਵੀਰ ਹੈ ਜਿਹੜਾ ਇਮਾਨਦਾਰੀ ਦੇ ਲਈ ਵੀ ਸਭ ਤੋਂ ਅੱਗੇ ਹੈ ਤੇ ਦਲੇਰੀ ਦੇ ਲਈ ਵੀ ਸਭ ਤੋਂ ਅੱਗੇ ਹੈ। ਕਾਬਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਦਿਲਜੀਤ ਸਿੰਘ ਆਜ਼ਾਦ ਜੀ ਸਾਡੇ ਨਾਲ ਜੁੜੇ ਨੇ। ਸਤਨਾਮ ਸ਼੍ਰੀ ਵਾਹਿਗੁਰੂ ਜੀ, ਜੈ ਹਿੰਦ। ਜੋਗਿੰਦਰ ਸਿੰਘ ਜੀ, ਕਿਉਂਕਿ ਸਾਨੂੰ ਪਤਾ ਹੈ ਕਿ ਇਹ ਦੇਸ਼ ਸਾਡਾ ਹੈ, ਸਾਨੂੰ ਪਤਾ ਹੈ ਅਸੀਂ ਸਾਡੇ ਕਿੰਨੀਆਂ ਸ਼ਹਾਦਤਾਂ ਹੋਈਆਂ ਨੇ ਸਾਡੀਆਂ। ਸਿੱਖ ਦੇ ਬਾਰੇ ਗੁਰਮੀਤ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ। ਬਿਲਕੁਲ ਵੀਰ ਜੀ, ਜਿਸ ਤਰ੍ਹਾਂ ਦੇ ਨਾਲ ਤੁਸੀਂ ਗੱਲ ਕਹਿ ਰਹੇ ਹੋ, ਤੇ ਮੈਂ ਫਿਰ ਤੋਂ ਤੁਹਾਡੀ ਗੱਲ ਦਾ ਉਹੀ ਜਵਾਬ ਦਿਆਂ ਕਿ ਉਹਨਾਂ ਨੂੰ ਪਤਾ ਹੈ ਕਿ ਦਲੇਰੀ ਹੈ, ਜਜ਼ਬਾ ਹੈ, ਮਰ ਮਿਟਣ ਦੇ ਲਈ ਤਿਆਰ ਰਹਿੰਦੇ ਨੇ। ਕਿਉਂਕਿ ਇੱਕ ਵਾਰੀ ਜਦੋਂ ਸਾਡੇ ਸਿੱਖ ਦੇ ਉੱਤੇ ਕੋਈ ਭਰੋਸਾ ਕਰ ਲੈਂਦਾ ਹੈ, ਤਾਂ ਸਿੱਖ ਹੈ ਜਿਹੜਾ ਕਦੀ ਵੀ ਆਪਣੇ ਭਰੋਸੇ ਨੂੰ ਟੁੱਟਣ ਨਹੀਂ ਦਿੰਦਾ। ਉਹਨਾਂ ਨੂੰ ਇਹ ਲੱਗਦਾ ਹੈ ਜੇਕਰ ਸਾਨੂੰ ਕੋਈ ਕੰਮ ਜਾਂ ਕੋਈ ਡਿਊਟੀ ਸੌਂਪ ਦਿੱਤੀ ਗਈ ਹੈ, ਸਾਡੀ ਜਾਨ ਲੱਗ ਜਾਵੇ, ਲੇਕਿਨ ਕਿਸੇ ਦੀ ਵੀ ਉਹ ਇੱਕ ਤੇ ਉਹ ਸਾਡੀ ਪੂਰੀ ਕਮਿਊਨਿਟੀ ਨੂੰ, ਪੂਰੀ ਕੌਮ ਨੂੰ ਰਿਪ੍ਰੈਜ਼ੈਂਟ ਕਰ ਰਹੇ ਹੁੰਦੇ ਨੇ, ਤੇ ਉਹਨਾਂ ਨੂੰ ਇਹ ਲੱਗਦਾ ਹੁੰਦਾ ਹੈ ਕਿ ਅਸੀਂ ਭਾਵੇਂ ਖੁਦ ਸਾਡੀ ਜਾਨ ਚੜੀ ਜਾਵੇ, ਲੇਕਿਨ ਪਿੱਠ ਨਹੀਂ ਲੱਗਣ ਦੇਵਾਂਗੇ ਤੇ ਨਾ ਹੀ ਪਿੱਠ ਵਿਖਾ ਕੇ ਜਾਵਾਂਗੇ। ਇਸ ਕਰਕੇ ਸਾਰਿਆਂ ਨੂੰ ਪਤਾ ਹੈ, ਬਾਰਡਰਾਂ ਦੇ ਉੱਤੇ ਜਾਂ ਸਿੱਖ ਰੈਜੀਮੈਂਟ ਦੀ ਗੱਲ ਕੀਤੀ ਜਾਵੇ, ਜਿੱਥੇ ਪਤਾ ਲੱਗਦਾ ਕਿ ਆਪਦਾ ਬਹੁਤ ਜ਼ਿਆਦਾ ਬਣ ਗਈ ਹੈ, ਆਊਟ ਆਫ ਕੰਟਰੋਲ ਕੋਈ ਵੀ ਚੀਜ਼ ਹੁੰਦੀ ਦਿਸਦੀ ਹੈ, ਤਾਂ ਸਿੱਖ ਦਸਤਾਰਾਂ ਵਾਲੇ ਸਭ ਨੂੰ ਚੇਤਾ ਆਉਂਦੇ ਨੇ। ਭਾਵੇਂ ਇਹ ਕੋਈ ਬੋਲ ਕੇ ਆਖੇ, ਬਿਆਨ ਕਰੇ ਜਾਂ ਨਾ ਕਰੇ, ਇਹ ਸੱਚਾਈ ਹੈ, ਅਟੱਲ ਸੱਚਾਈ ਹੈ। ਕਿਉਂਕਿ ਸਾਡੇ ਖੂਨ ਦੇ ਵਿੱਚ ਜਜ਼ਬਾ, ਸਾਡੇ ਖੂਨ ਦੇ ਵਿੱਚ ਦਲੇਰੀ ਹੈ, ਸਾਡੇ ਖੂਨ ਦੇ ਵਿੱਚ ਇਮਾਨਦਾਰੀ ਹੈ। ਬਾਕੀ ਜਦੋਂ ਕੋਈ ਵੀ ਮਜ਼ਹਬ ਦਾ ਕੋਈ ਵੀ ਵੀਰ, ਜਦੋਂ ਉਹਦੇ ਇੱਕ ਇਹ ਟੈਗ ਲੱਗਦਾ, ਉਸਨੂੰ ਇਹ ਨਾਮ ਦਿੱਤਾ ਜਾਂਦਾ ਹੈ ਕਿ ਉਹ ਭਾਰਤੀ ਫੌਜ ਦਾ ਜਵਾਨ ਹੈ, ਤਾਂ ਉਹ ਸ਼ਾਇਦ ਭਾਰਤੀ ਫੌਜ ਦੇ ਲਈ ਮਰ ਮਿਟਣ ਨੂੰ ਤਿਆਰ ਹੁੰਦਾ ਹੈ। ਹਰ ਇੱਕ ਮਜ਼ਹਬ ਦਾ, ਹਿੰਦੂ, ਮੁਸਲਿਮ, ਸਿੱਖ, ਈਸਾਈ ਵੀਰ ਜਦੋਂ ਭਾਰਤੀ ਫੌਜ ਦੇ ਵਿੱਚ ਜਾਂਦਾ ਹੈ ਸੇਵਾ ਦੇਣ ਦੇ ਲਈ, ਤੇ ਉਹਨੂੰ ਸਿਰਫ ਆਪਣਾ ਇੱਕ ਤਿਰੰਗਾ ਦਿਖਦਾ ਹੁੰਦਾ, ਉਹਨੂੰ ਆਪਣੇ ਦੇਸ਼ ਦੀ ਸੇਵਾ ਦਾ ਇੱਕ ਜਜ਼ਬਾ ਹੁੰਦਾ ਹੈ। ਔਰ ਬਾਕੀ ਜੇਕਰ ਗੱਲ ਕੀਤੀ ਜਾਵੇ ਸਾਡੇ ਸਿੱਖ ਵੀਰਾਂ ਦੀ, ਤਾਂ ਮੈਂ ਇੱਕ ਵਾਰ ਫਿਰ ਤੋਂ ਕਹਿ ਦੇਵਾਂ, ਜਜ਼ਬਾ, ਦਲੇਰੀ ਤੇ ਇਮਾਨਦਾਰੀ ਦੇ ਲਈ ਅਸੀਂ ਹਮੇਸ਼ਾ ਹੀ ਅੱਗੇ ਰਹਿੰਦੇ ਹਾਂ। ਤਾਂ ਇੱਕ ਵਾਰੀ ਜਾਂਦੇ ਜਾਂਦੇ ਮੈਂ ਫਿਰ ਤੋਂ ਕਹਿ ਦੇਵਾਂ ਕਿ ਸਾਡੇ ਸਿੱਖ ਪਰਿਵਾਰ ਦੇ ਵੱਲ, ਇੱਕ ਬਾਣੀ ਚੈਨਲ ਦੇ ਪਰਿਵਾਰ ਦੇ ਵੱਲੋਂ ਸਭ ਹੀ ਸ਼ਹੀਦ ਹੋਏ ਸਿੱਖ, ਸਾਡੇ ਜਿਹੜੇ ਭਾਰਤੀ ਫੌਜ ਦੇ ਜਵਾਨ ਨੇ, ਉਹਨਾਂ ਦੀ ਸ਼ਹੀਦੀ ਦੇ ਉੱਤੇ ਉਹਨਾਂ ਨੂੰ ਸ਼ਰਧਾਂਜਲੀ, ਨਿਮਰ ਸ਼ਰਧਾਂਜਲੀ ਅਸੀਂ ਸਾਰੇ ਹੀ ਭੇਟ ਕਰਦੇ ਹਾਂ। ਤੇ ਮੈਂ ਇਹ ਵੀ ਕਹਿਣਾ ਚਾਹਾਂਗੀ ਕਿ ਸਿਰਫ ਗੱਲਾਂ ਦੇ ਵਿੱਚ ਹੀ ਨਹੀਂ, ਉਹਨਾਂ ਦੀ ਸ਼ਹਾਦਤ ਨੂੰ ਹਮੇਸ਼ਾ ਚੇਤਾ ਰੱਖਿਆ ਕਰੀਏ। ਆਪਣੇ ਨੌਜਵਾਨਾਂ ਨੂੰ, ਇਹਨਾਂ ਸ਼ਹੀਦ ਹੋਏ ਜਵਾਨਾਂ ਤੋਂ, ਜਾਂ ਜਿਹੜੇ ਸਰਹੱਦਾਂ ਤੇ ਉਸ ਸਮੇਂ ਹੁਣ ਡਿਊਟੀਆਂ ਦੇ ਰਹੇ ਨੇ, ਆਪਣੇ ਫਰਜ਼ ਨੂੰ ਨਿਭਾ ਰਹੇ ਨੇ, ਉਹਨਾਂ ਨੂੰ ਉਹਨਾਂ ਦੀਆਂ ਗੱਲਾਂ ਦੱਸ ਕੇ, ਉਹਨਾਂ ਦੀ ਸ਼ਹਾਦਤ, ਜਿਹੜੇ ਸਾਡੇ ਵਿੱਚੋਂ ਚਲੇ ਗਏ ਨੇ, ਸ਼ਹੀਦੀ ਦਾ ਜਾਮ ਪੀ ਗਏ ਨੇ, ਉਹਨਾਂ ਦੀ ਸ਼ਹਾਦਤ ਦੇ ਬਾਰੇ ਵਿੱਚ ਗੱਲਾਂ ਜ਼ਰੂਰ ਦੱਸੀਏ, ਤਾਂ ਜੋ ਸਾਡੀਆਂ ਗੱਲਾਂ ਦੇ ਵਿੱਚ ਉਹ ਰਹਿੰਦੀ ਦੁਨੀਆ ਤੱਕ ਅਮਰ ਹੈ। ਹੁਣ ਵੇਲਾ ਹੋ ਗਿਆ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਲੈਣ ਦਾ, ਮੈਨੂੰ ਦਿਓ ਇਜਾਜ਼ਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।